किताब 1984 सिख कतलेआम दा सच। लेखक जरनैल सिंह पत्रकार दिल्ली। भाग 8वां कतलेआम दे अनाथ। आवाज़ गुरजंट सिंह रूपूवाली। वाहिगुरू जी का खालसा वाहिगुरू जी की फतेह। सतपाल उस वेले सिर्फ 13 सालां दी सी। जीवन तो भरपूर एक ऐसी खुश मिजाज कुड़ी जो पूरा दिन ਸਾਰੇ ਘਰ ਵਿੱਚ ਰੌਣਕ ਲਗਾਈ ਰੱਖਦੀ। ਅਲੜਪਨ ਤੋਂ ਜਵਾਨੀ ਵੱਲ ਕਦਮ ਰੱਖ ਹੀ ਰਹੀ ਸੀ ਕਿ ਵਹਿਸ਼ੀ ਦੰਗਾਈਆਂ ਦੇ ਹੱਥੋਂ ਮਾਂ, ਪਿਓ ਤੇ ਭਰਾ ਨੂੰ ਇੱਕ ਹੀ ਦਿਨ ਵਿੱਚ ਗਵਾ ਕੇ ਉਹ ਮਾਂ ਬਣ ਗਈ। ਮਾਂ ਉਹਨਾਂ 3 ਮਾਸੂਮ ਭੈਣਾਂ ਦੀ, ਜਿਨ੍ਹਾਂ ਵਿੱਚੋਂ ਬਲਵਿੰਦਰ ਕੌਰ ਦੀ ਉਮਰ 10 ਸਾਲ ਦੀ ਸੀ, ਮਹਿੰਦਰ ਕੌਰ ਦੀ 8 ਸਾਲ ਤੇ ਸੁਰਿੰਦਰ ਕੌਰ ਦੀ 2 ਸਾਲ। ਉਹ ਖੁਦ 8ਵੀਂ ਜਮਾਤ ਵਿੱਚ ਪੜ੍ਹ ਰਹੀ ਸੀ, ਪਰ 1 ਨਵੰਬਰ 1984 ਦੇ ਉਸ ਮਨਹੂਸ ਦਿਨ ਤੋਂ ਬਾਅਦ ਸਕੂਲ ਦਾ ਮੂੰਹ ਕਦੇ ਨਾ ਵੇਖ ਸਕੀ। ਵੇਖਦੀ ਵੀ ਕਿਵੇਂ? ਛੋਟੀ ਭੈਣਾਂ ਨੂੰ ਪਾਲਣ, ਖਿਡਾਉਣ ਤੇ ਲੋਰੀ ਦੇ ਕੇ ਸਵਾਉਣ ਵਾਲਾ ਕੋਈ ਨਹੀਂ ਸੀ ਰਿਹਾ। ਇੱਕ 13 ਸਾਲਾਂ ਦੀ ਕੁੜੀ ਜੋ ਖੁਦ ਅਜੇ ਬੱਚੀ ਸੀ, 3 ਮਾਸੂਮ ਭੈਣਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਉਸ ਦੇ ਸਿਰ ਆ ਚੁੱਕੀ ਸੀ। 25 ਸਾਲ ਲੰਘ ਚੁੱਕੇ ਹਨ, ਪਰ ਸਤਪਾਲ ਨੂੰ ਸਭ ਕੁਝ ਐਵੇਂ ਯਾਦ ਹੈ ਜਿਵੇਂ ਸਭ ਕੱਲ੍ਹ ਦੀ ਹੀ ਗੱਲ ਹੋਵੇ। ਜਮਨਾ ਪਾਰ ਨੰਦ ਨਗਰੀ ਦੇ ਆਪਣੇ ਘਰ ਵਿੱਚ ਚਾਰੋਂ ਭੈਣਾਂ ਹਮੇਸ਼ਾ ਵਾਂਗ ਖੇਡ ਰਹੀਆਂ ਸੀ ਕਿ ਮਾਂ ਨਿਸ਼ਾਨ ਕੌਰ ਨੇ ਬੁਰੀ ਤਰ੍ਹਾਂ ਝਿੜਕ ਦਿੱਤਾ। ਮਾਂ ਬੱਚੀਆਂ ਨੂੰ ਇਸ ਤਰ੍ਹਾਂ ਕਦੇ ਗੁੱਸਾ ਨਹੀਂ ਹੁੰਦੀ ਸੀ। ਬਹੁਤ ਪਰੇਸ਼ਾਨ ਲੱਗ ਰਹੀ ਸੀ। ਕੋਈ ਗੱਲ ਜ਼ਰੂਰ ਹੋਵੇਗੀ। ਪਹਿਲਾਂ ਤਾਂ ਕਦੇ-ਕਦੇ ਪਰੇਸ਼ਾਨ ਹੋ ਹੀ ਜਾਂਦੀ, ਪਰ ਕਦੇ ਧੀਆਂ ਨਾਲ ਸਾਂਝਾ ਨਹੀਂ ਕਰਦੀ। ਕਹਿ ਦਿੰਦੀ, ਬੱਚਿਓ ਤੁਸੀਂ ਖੇਡੋ, ਤੁਹਾਡੇ ਖੇਡਣ ਦੇ ਦਿਨ ਹਨ। ਲੇਕਿਨ ਅੱਜ ਕੁਝ ਜ਼ਿਆਦਾ ਹੀ ਪਰੇਸ਼ਾਨ ਸੀ, ਪਰ ਕਿਸੇ ਦੀ ਹਿੰਮਤ ਨਾ ਹੋਈ ਕਿ ਉਹਨਾਂ ਤੋਂ ਕੋਈ ਪੁੱਛੇ। ਪਿਤਾ ਸਾਹਿਬ ਸਿੰਘ ਆਨੰਦ ਪਰਬਤ ਵਿੱਚ ਖਰਾਦ ਦੀ ਫੈਕਟਰੀ ਤੇ ਗਏ ਹੋਏ ਸੀ। ਪਰਿਵਾਰ ਇਲਾਕੇ ਵਿੱਚ ਅਮੀਰ ਲੋਕਾਂ ਵਿੱਚ ਗਿਣਿਆ ਜਾਂਦਾ ਸੀ। ਪਿਤਾ ਜੀ ਬੱਚਿਆਂ ਦੀ ਹਰ ਫਰਮਾਇਸ਼ ਨੂੰ ਪੂਰਾ ਕਰਨ ਲਈ ਤਿਆਰ ਰਹਿੰਦੇ। ਮਾਂ ਕਦੇ ਕਦਾਈ ਕਹਿ ਦਿੰਦੀ ਕਿ ਇੰਨਾ ਸਿਰ ਨਾ ਚੜਾਓ, ਪਰਾਏ ਘਰ ਜਾਣਾ ਹੈ। ਪਰ ਪਾਪਾ ਕਹਿੰਦੇ, ਪਰਾਏ ਘਰ ਤਾਂ ਜਾਣਾ ਹੀ ਹੈ, ਫਿਰ ਇੱਥੇ ਕਿਉਂ ਨਾ ਮੌਜ ਕਰਨ ਦਈਏ। ਆਪਾਂ ਆਪਣੀਆਂ ਧੀਆਂ ਦਾ ਵਿਆਹ ਵੱਡੇ ਘਰਾਂ ਵਿੱਚ ਕਰਾਂਗੇ। ਅੱਜ ਪਾਪਾ ਕੁਝ ਛੇਤੀ ਹੀ ਘਰ ਆ ਗਏ ਸੀ ਤੇ ਮਾਂ ਨਾਲ ਚੁੱਪ ਚਪੀਤੇ ਕੁਝ ਘੁਸਰ ਮੁਸਰ ਕਰਨ ਲੱਗ ਪਏ। ਨਾਲ ਦੀ ਸਿੱਖ ਗਵਾਂਢਣ ਵੀ ਹੁਣੇ ਆਈ ਸੀ ਤੇ ਉਹ ਵੀ ਪਰੇਸ਼ਾਨ ਲੱਗ ਰਹੀ ਸੀ। ਸਤਪਾਲ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਬਸ ਇੰਨਾ ਹੀ ਸੁਣਾਈ ਦਿੱਤਾ, ਇੰਦਰਾ ਮਰ ਗਈ ਹੈ, ਘਰਾਂ ਦੇ ਅੰਦਰ ਹੀ ਰਹੋ ਤਾਂ ਚੰਗਾ ਹੈ। ਸਤਪਾਲ ਤੇ ਬਾਕੀ ਭੈਣਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜੇਕਰ ਕੋਈ ਮਰ ਗਿਆ ਹੈ ਤਾਂ ਅਸੀਂ ਕਿਉਂ ਪਰੇਸ਼ਾਨ ਹੋ ਰਹੇ ਹਾਂ। ਸਾਡੇ ਘਰ ਦੇ ਕਿਸੇ ਜੀ ਨੇ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ। ਵੱਡਾ ਭਰਾ ਵੀ ਤਾਂ ਇੱਥੇ ਹੀ ਹੈ, ਉਹ ਤਾਂ ਕਿਸੇ ਨਾਲ ਲੜਦਾ ਝਗੜਦਾ ਵੀ ਨਹੀਂ। ਪੂਰਾ ਦਿਨ ਇਸੇ ਤਰ੍ਹਾਂ ਸਹਿਮੋ ਸਹਿਮੀ ਵਿੱਚ ਨਿਕਲ ਗਿਆ। ਬਾਹਰ ਤੋਂ ਥੋੜੀ ਦੇਰ ਬਾਅਦ ਸ਼ੋਰ ਦੀਆਂ ਆਵਾਜ਼ਾਂ ਜ਼ਰੂਰ ਆ ਰਹੀਆਂ ਸਨ, ਪਰ ਐਸਾ ਕੁਝ ਨਾ ਹੋਇਆ ਜਿਸ ਨੂੰ ਲੈ ਕੇ ਬਹੁਤ ਪਰੇਸ਼ਾਨ ਹੋਇਆ ਜਾਏ। ਫਿਰ ਵੀ ਮਾਂ, ਪਿਓ ਤੇ ਭਰਾ ਦੇ ਮੱਥਿਆਂ ਤੇ ਚਿੰਤਾ ਦੀਆਂ ਲਕੀਰਾਂ ਵੱਡੀਆਂ ਹੁੰਦੀਆਂ ਜਾ ਰਹੀਆਂ ਸੀ। ਉਹਨਾਂ ਨੂੰ ਘਬਰਾਹਟ ਹੋ ਰਹੀ ਸੀ। ਗੱਲਾਂ ਵਿੱਚ ਕਹਿੰਦੇ, ਇਹ ਦੇਸ਼ ਦੀ ਰਾਜਧਾਨੀ ਦਿੱਲੀ ਹੈ, ਕੋਈ ਦੂਰ ਦੁਰਾਡੇ ਦਾ ਪਿੰਡ ਨਹੀਂ ਕਿ ਕੋਈ ਜੋ ਮਰਜ਼ੀ ਕਰ ਲਵੇਗਾ। ਅਗਲੇ ਦਿਨ ਪਿਤਾ ਜੀ ਉੱਠੇ ਤਾਂ ਅੱਖਾਂ ਲਾਲ ਸਨ। ਉਹ ਸੁੱਤੇ ਨਹੀਂ ਸੀ, ਪਰ ਜਦੋਂ ਤਿਆਰ ਹੋਣ ਲੱਗੇ ਤਾਂ ਮਾਂ ਨੇ ਕਿਹਾ, ਮਾਹੌਲ ਖਰਾਬ ਹੈ ਜੀ, ਕੰਮ ਤੇ ਨਾ ਜਾਓ। ਪਿਤਾ ਜੀ ਨੇ ਬਿਨਾਂ ਕੁਝ ਨਾ ਨੁੱਕਰ ਕੀਤੇ ਗੱਲ ਮੰਨ ਲਈ। ਸ਼ਾਮ ਤੱਕ ਕੁਝ ਨਾ ਹੋਇਆ, ਪਰ ਦੂਰਦਰਸ਼ਨ ਤੇ ਖੂਨ ਦਾ ਬਦਲਾ ਖੂਨ ਦੇ ਨਾਅਰੇ ਦਿਲ ਦੀਆਂ ਧੜਕਣਾਂ ਤੇਜ਼ ਕਰਦੇ ਪਏ ਸੀ। ਸ਼ਾਮ ਦਾ ਹੀ ਵੇਲਾ ਰਿਹਾ ਹੋਵੇਗਾ ਕਿ ਨੇੜੇ ਰਹਿਣ ਵਾਲੇ ਨਾਈਆਂ ਦੇ ਘਰਾਂ ਤੋਂ ਕੁਝ ਲੋਕ ਆਏ ਤੇ ਕਹਿਣ ਲੱਗੇ ਕਿ ਤੁਸੀਂ ਡਰੋ ਨਹੀਂ, ਘਰ ਵਿੱਚ ਹੀ ਰਹੋ। ਅਸੀਂ ਘਰ ਨੂੰ ਬਾਹਰ ਤੋਂ ਤਾਲਾ ਲਾ ਦਿੱਤਾ ਹੈ। ਸਾਨੂੰ ਕੁਝ ਸਮਝ ਨਹੀਂ ਆਇਆ। ਲੱਗਾ ਸ਼ਾਇਦ ਹਾਲਤ ਵਿਗੜਦੇ ਵੇਖ ਕੇ ਗੁਆਂਢੀ ਆਪਣਾ ਧਰਮ ਨਿਭਾ ਰਹੇ ਨੇ ਤੇ ਸਾਡੀ ਹਿਫਾਜ਼ਤ ਲਈ ਰੱਬ ਬਣ ਕੇ ਆਏ। ਬਾਹਰ ਤਾਲਾ ਲੱਗਾ ਹੋਵੇਗਾ ਤਾਂ ਦੰਗਾਈ ਇਹ ਸੋਚ ਕੇ ਪਰਤ ਜਾਣਗੇ ਕਿ ਹੁਣ ਇੱਥੇ ਕੋਈ ਨਹੀਂ ਰਹਿੰਦਾ। ਗੁਆਂਢੀਆਂ ਨੇ ਕਿੰਨੀ ਸਮਝਦਾਰੀ ਦਾ ਕੰਮ ਕੀਤਾ ਹੈ। ਆਖਰ ਗੁਆਂਢੀ ਹੀ ਤਾਂ ਗੁਆਂਢੀ ਦੇ ਕੰਮ ਆਉਂਦਾ ਹੈ। ਪਰ ਜ਼ਿਆਦਾ ਦੇਰ ਨਹੀਂ ਹੋਈ ਸੀ ਕਿ ਇਹ ਭਰਮ ਟੁੱਟ ਗਿਆ। ਇਹੀ ਗੁਆਂਢੀ ਆਪਣੇ ਨਾਲ ਭਾਰੀ ਭੀੜ ਨੂੰ ਲੈ ਕੇ ਆ ਧਮਕੇ ਸੀ।
ਹੁਣ ਸਮਝ ਵਿੱਚ ਆਇਆ ਕਿ ਤਾਲਾ ਬਾਹਰੋਂ ਇਸ ਲਈ ਲਾਇਆ ਸੀ ਕਿ ਕਿਧਰੇ ਕੋਈ ਭੱਜ ਨਾ ਜਾਏ। ਪਿਤਾ ਜੀ ਨੇ ਅੰਦਰੋਂ ਫਟਾਫਟ ਕੁੰਡੀ ਮਾਰ ਲਈ। ਸਤਪਾਲ ਜ਼ਿੰਦਗੀ ਵਿੱਚ ਪਹਿਲੀ ਵਾਰ ਐਸਾ ਨਜ਼ਾਰਾ ਵੇਖ ਰਹੀ ਸੀ। ਹੁਣ ਤੱਕ ਟੀਵੀ ਉੱਤੇ ਹੀ ਕਿਸੇ ਫਿਲਮ ਵਿੱਚ ਕਿਸੇ ਨੂੰ ਮਰਦਿਆਂ ਹੋਇਆਂ ਵੇਖਿਆ ਸੀ, ਪਰ ਇੱਥੇ ਤਾਂ ਮੌਤ ਸਾਖਿਆਤ ਘਰ ਦੇ ਬਾਹਰ ਆ ਖਲੋਤੀ ਸੀ। ਹਥਿਆਰ, ਮਿੱਟੀ ਦਾ ਤੇਲ ਤੇ ਅੱਗ ਭੜਕਾਊ ਚਿੱਟੇ ਪਾਊਡਰ ਨਾਲ ਲੈਸ ਭੀੜ ਨੇ ਦੇਖਦਿਆਂ ਹੀ ਦੇਖਦੇ ਬਾਹਰ ਖੜੀ ਮੋਟਰਸਾਈਕਲ ਫੂਕ ਦਿੱਤੀ। ਪਿਤਾ ਜੀ ਨੇ ਬੜੇ ਚਾਅ ਨਾਲ ਭਰਾ ਨੂੰ ਲੈ ਕੇ ਦਿੱਤੀ ਸੀ। ਨੇੜੇ ਤੇੜੇ ਕਿਸੇ ਕੋਲ ਵੀ ਐਸੀ ਮੋਟਰਸਾਈਕਲ ਨਹੀਂ ਸੀ। ਮੋਟਰਸਾਈਕਲ ਨੂੰ ਫੂਕਣ ਦੇ ਬਾਅਦ ਹੁਣ ਘਰ ਦੇ ਅੰਦਰ ਬਲਦੇ ਹੋਏ ਟਾਇਰ ਤੇ ਵਿਸਫੋਟਕ ਚਿੱਟਾ ਪਾਊਡਰ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਕੀ ਕਰੀਏ, ਕੁਝ ਸਮਝ ਨਹੀਂ ਆ ਰਿਹਾ ਸੀ। ਕਿੱਥੇ ਜਾਈਏ, ਕਿੱਥੋਂ ਮਦਦ ਮੰਗੀਏ, ਕਿਸ ਤੋਂ ਮੰਗੀਏ। ਘਰ ਦੇ ਸਾਹਮਣੇ ਹੀ ਪੁਲਿਸ ਸਟੇਸ਼ਨ ਸੀ ਤੇ ਬਚਾਅ ਦੀ ਅਖੀਰਲੀ ਕਿਰਨ। ਮੈਂ ਸੋਚਿਆ ਪਤਾ ਨਹੀਂ ਪੁਲਿਸ ਨੂੰ ਅੱਜ ਕਿਹੜਾ ਸੱਪ ਸੁੰਘ ਗਿਆ ਸੀ। ਇੰਨੀ ਭੀੜ ਹਮਲਾ ਕਰਨ ਲਈ ਆ ਗਈ ਹੈ ਤੇ ਅਜੇ ਤੱਕ ਪੁਲਿਸ ਦਾ ਸਾਇਰਨ ਤੱਕ ਨਹੀਂ ਵੱਜਿਆ। ਕੀ ਸਾਰੇ ਸੌਂ ਗਏ ਹਨ ਜਾਂ ਡਰਦੇ ਮਾਰੇ ਉਹ ਵੀ ਭੱਜ ਗਏ ਹਨ? ਮਨ ਵਿੱਚ ਸਾਰੇ ਸਵਾਲ ਉਧੇੜ-ਬੁਣ ਕਰ ਰਹੇ ਸੀ। ਪਿਤਾ ਜੀ ਨੇ ਭਾਰੀ ਮਨ ਨਾਲ ਅਸੀਂ 4 ਭੈਣਾਂ ਦੇ ਭਰਾ ਦਵਿੰਦਰ ਸਿੰਘ ਨੂੰ, ਜੋ ਕਿ 17 ਸਾਲਾਂ ਦਾ ਸੀ, ਕਿਹਾ, ਪੁੱਤਰ ਹੁਣ ਤਾਂ ਬਸ ਪੁਲਿਸ ਥਾਣੇ ਤੋਂ ਕੋਈ ਮਦਦ ਆ ਜਾਵੇ ਤਾਂ ਗੱਲ ਬਣ ਸਕਦੀ ਹੈ, ਨਹੀਂ ਤਾਂ ਸਾਰੇ ਮਾਰੇ ਜਾਵਾਂਗੇ। ਭਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ। ਪਿਛਲੇ ਪਾਸੋਂ ਜਿਵੇਂ ਤਿਵੇਂ ਦੀਵਾਰਾਂ ਕੁੱਦਦਾ ਹੋਇਆ ਗਲੀਆਂ ਵਿੱਚੋਂ ਛੁਪਦਾ ਛਪਾਉਂਦਾ ਘੁੰਮ ਕੇ ਘਰ ਦੇ ਸਾਹਮਣੇ ਪੁਲਿਸ ਥਾਣੇ ਵਿੱਚ ਮਦਦ ਦੇ ਲਈ ਫਰਿਆਦ ਕਰਨ ਪਹੁੰਚ ਗਿਆ। ਸਤਪਾਲ ਹੁਣ ਛੱਤ ਤੇ ਚੜ੍ਹ ਚੁੱਕੀ ਸੀ। ਭਰਾ ਥਾਣੇ ਪਹੁੰਚ ਚੁੱਕਾ ਸੀ। ਇਹ ਵੇਖ ਕੇ ਜਾਨ ਵਿੱਚ ਜਾਨ ਆਈ। ਲੱਗਾ ਕਿ ਹੁਣ ਉਹ ਪੁਲਿਸ ਨੂੰ ਨਾਲ ਲੈ ਆਵੇਗਾ। ਉਹ ਪੁਲਿਸ ਵਾਲਿਆਂ ਦੇ ਸਾਹਮਣੇ ਗਿੜਗੜਾ ਰਿਹਾ ਸੀ, ਆਪਣੇ ਪਰਿਵਾਰ ਦੇ ਲਈ ਰਹਿਮ ਦੀ ਭੀਖ ਮੰਗ ਰਿਹਾ ਸੀ। ਪਰ ਇਹ ਕੀ, ਕਾਨੂੰਨ ਦੇ ਰਖਵਾਲੇ ਕਹਿ ਰਹੇ ਸੀ, ਦੌੜ ਜਾ ਇੱਥੋਂ। ਉਹ ਉਸ ਨੂੰ ਦਰਕਾ ਰਹੇ ਸੀ, ਲੱਤਾਂ ਮਾਰ ਰਹੇ ਸੀ, ਕਹਿ ਰਹੇ ਸੀ ਕਿ ਥਾਣੇ ਵਿੱਚ ਵੀ ਅੱਗ ਲਵਾਵੇਂਗਾ। ਰੋਣ ਹਾਕਾ ਹੋ ਚੁੱਕਾ ਭਰਾ ਥਾਣੇ ਦੀ ਚੌਖਟ ਨਹੀਂ ਸੀ ਛੱਡਣਾ ਚਾਹ ਰਿਹਾ। ਜਦੋਂ ਉਸ ਨੇ ਹੱਥ ਪੈਰ ਜੋੜਨੇ ਬੰਦ ਨਹੀਂ ਕੀਤੇ ਤਾਂ ਇੱਕ ਪੁਲਿਸ ਵਾਲੇ ਨੇ ਉਸ ਦੇ ਸੀਨੇ ਤੇ ਪਿਸਤੌਲ ਤਾਣ ਦਿੱਤੀ। ਹੁਣ ਭੱਜਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਸਤਪਾਲ ਕਹਿੰਦੀ ਹੈ ਕਿ ਸ਼ਾਇਦ ਘਰੋਂ ਭੱਜ ਕੇ ਵੀ ਬਚ ਜਾਂਦਾ। ਉਹ ਘਰ ਤੋਂ ਬਾਹਰ ਸੀ ਤੇ ਜੇਕਰ ਗਲੀਆਂ ਵਿੱਚ ਕਿਧਰੇ ਲੁਕ ਜਾਂਦਾ ਤਾਂ ਜਾਨ ਬਚ ਜਾਂਦੀ। ਪਰ ਜਿਵੇਂ ਹੀ ਥਾਣੇ ਤੋਂ ਬਾਹਰ ਆਇਆ, ਪੁਲਿਸ ਨੇ ਆਪਣੇ ਅਸਲ ਰੰਗ ਵਿੱਚ ਆਉਣ 'ਚ ਦੇਰੀ ਨਹੀਂ ਲਾਈ। ਪੁਲਿਸ ਤੋਂ ਮਦਦ ਮੰਗਣ ਵਾਲੇ ਤੇ ਹੁਣ ਪੁਲਿਸ ਨੇ ਹੀ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਐਸੀ ਹੀ ਇੱਕ ਗੋਲੀ ਨਿਸਹਾਏ ਨਿਰਦੋਸ਼ ਭਰਾ ਨੂੰ ਪਿੱਠ ਤੇ ਲੱਗੀ ਅਤੇ ਸੀਨਾ ਚੀਰ ਗਈ। ਉਹ ਡਿੱਗ ਗਿਆ, ਫਿਰ ਉੱਠ ਨਹੀਂ ਸਕਿਆ। ਉਸਨੇ ਦਮ ਤੋੜ ਦਿੱਤਾ ਸੀ। ਦੰਗਾਈਆਂ ਦੀ ਸਾਥੀ ਪੁਲਿਸ ਨਹੀਂ ਚਾਹੁੰਦੀ ਸੀ ਕਿ ਉਹ ਇਹ ਦੱਸਣ ਲਈ ਜ਼ਿੰਦਾ ਬਚ ਜਾਏ ਕਿ ਉਹ ਪੁਲਿਸ ਥਾਣੇ ਮਦਦ ਮੰਗਣ ਲਈ ਆਇਆ ਸੀ ਜਾਂ ਫਿਰ ਸਰਦਾਰਾਂ ਨੂੰ ਮਾਰਨ ਦਾ ਗੌਰਵ ਇਕੱਲੇ ਦੰਗਾਈ ਹੀ ਕਿਉਂ ਲੁੱਟ ਸਕਦੇ ਸਨ। ਸਤਪਾਲ ਜਿਵੇਂ ਸੋਨੀ ਹੀ ਹੋ ਗਈ ਸੀ। ਉਸ ਦੀਆਂ ਚੀਖਾਂ ਨਿਕਲ ਗਈਆਂ, ਪਰ ਇੰਨੀ ਹਿੰਮਤ ਵੀ ਨਹੀਂ ਹੋ ਰਹੀ ਸੀ ਕਿ ਹੇਠਾਂ ਮਾਂ ਤੇ ਪਿਤਾ ਜੀ ਨੂੰ ਬੋਲ ਸਕੇ ਕਿ ਉਹਨਾਂ ਦੇ ਘਰ ਦਾ ਚਿਰਾਗ ਬੁਝ ਗਿਆ ਹੈ। ਉਹ ਬੁੱਤ ਬਣ ਗਈ ਸੀ। ਅੱਖਾਂ ਡਬ-ਡਬ ਆਈਆਂ ਤਾਂ ਗੋਲੀ ਦੀ ਆਵਾਜ਼ ਤੋਂ ਪਹਿਲਾਂ ਹੀ ਸਹਿਮੇ ਹੋਏ ਮਾਪੇ ਸਤਪਾਲ ਦਾ ਹਾਲ ਵੇਖ ਕੇ ਸ਼ਾਇਦ ਹੋਣੀ ਨੂੰ ਸਮਝ ਗਏ। ਸਿੱਖਾਂ ਦੇ ਖੂਨ ਦੀ ਪਿਆਸੀ ਭੀੜ ਨੇ ਹੁਣ ਬਲਦੇ ਹੋਏ ਟਾਇਰ ਘਰ ਵਿੱਚ ਸੁੱਟਣੇ ਸ਼ੁਰੂ ਕਰ ਦਿੱਤੇ। ਪੁਲਿਸ ਨੂੰ ਆਪਣੇ ਨਾਲ ਵੇਖ ਕੇ ਉਹਨਾਂ ਦੇ ਹੌਸਲੇ ਅਸਮਾਨ ਛੋਹ ਰਹੇ ਸੀ। ਸਿੱਖਾਂ ਦੇ ਜਾਨ ਦੇ ਵੈਰੀ ਇਹ ਜ਼ਿਆਦਾਤਰ ਲੋਕ ਨੇੜੇ ਦੀ ਪਿਛਲੀ ਬਸਤੀ ਦੇ ਹੀ ਸੀ। ਚੋਣਾਂ ਵਿੱਚ ਕਾਂਗਰਸ ਇਹਨਾਂ ਨੂੰ ਸ਼ਰਾਬ ਤੇ ਪੈਸਾ ਵੰਡ ਕੇ ਇਹਨਾਂ ਨੂੰ ਵੋਟ ਬੈਂਕ ਦੀ ਤਰ੍ਹਾਂ ਵਰਤਦੀ ਸੀ ਤੇ ਅੱਜ ਸਿੱਖਾਂ ਨੂੰ ਮਾਰ ਕੇ ਲੁੱਟ-ਖਸੁੱਟ ਕਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ ਸੀ। ਬਸਤੀ ਦੇ ਕਈ ਲੋਕ ਪਿਤਾ ਜੀ ਦੀ ਫੈਕਟਰੀ ਵਿੱਚ ਕੰਮ ਉੱਤੇ ਲੱਗਣ ਦੀ ਗੁਜ਼ਾਰਿਸ਼ ਕਰਵਾਉਂਦੇ ਸੀ, ਪਰ ਅੱਜ ਸਾਡੇ ਹੀ ਘਰਾਂ ਵਿੱਚ ਕੰਮ ਮੰਗਣ ਵਾਲੇ ਅੱਜ ਸਾਡਾ ਹੀ ਘਰ ਲੁੱਟ ਕੇ ਬਰਬਾਦ ਕਰਨ ਵਿੱਚ ਜੁਟੇ ਹੋਏ ਸੀ। ਇਸ ਦੇ ਬਾਵਜੂਦ ਵੀ ਪਿਤਾ ਜੀ ਨੇ ਹਾਰ ਨਹੀਂ ਮੰਨੀ। ਸੰਜੋਗ ਨਾਲ ਫੌਜ ਤੋਂ ਰਿਟਾਇਰ ਤਾਇਆ ਜੀ ਵੀ ਘਰ ਆਏ ਹੋਏ ਸਨ। ਤਾਇਆ ਜੀ, ਪਿਤਾ ਜੀ ਤੇ ਮਾਂ ਨੇ ਹਜ਼ਾਰਾਂ ਦੀ ਭੀੜ ਨਾਲ ਜੂਝਣ ਦਾ ਫੈਸਲਾ ਕਰ ਲਿਆ ਸੀ। ਇਹ ਇਹੋ ਜਿਹੀ ਹਾਲਤ ਸੀ ਜਿਵੇਂ ਇੱਕ ਹਿਰਨ ਸ਼ੇਰਾਂ ਨਾਲ ਚਾਰੋਂ ਪਾਸਿਆਂ ਤੋਂ ਘਿਰ ਜਾਏ ਤਾਂ ਉਹ ਸ਼ੇਰਾਂ ਨਾਲ ਲੜਨ ਲੱਗ ਪੈਂਦਾ ਹੈ। ਆਖਰ ਕੋਈ ਚਾਰਾ ਬਚਿਆ ਵੀ ਤਾਂ ਨਹੀਂ ਸੀ।
ਬੱਚਿਆਂ ਨੂੰ ਅੰਦਰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਖੁਦ ਇੱਟ ਪੱਥਰ ਜੋ ਵੀ ਹੱਥ ਵਿੱਚ ਆਇਆ ਉਸ ਨਾਲ ਮੁਕਾਬਲਾ ਕਰਨ ਲੱਗੇ। ਆਖਰ ਕਦੋਂ ਤੱਕ ਲੜਦੇ? ਭੀੜ ਦਰਵਾਜ਼ਾ ਭੰਨ ਕੇ ਅੰਦਰ ਆ ਗਈ ਸੀ। ਤਿੰਨਾਂ ਨੂੰ ਬੱਚਿਆਂ ਦੀਆਂ ਅੱਖਾਂ ਦੇ ਸਾਹਮਣੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਹਿਲਾਂ ਸਰੀਆ ਤੇ ਲੋਹੇ ਦੇ ਸੱਬਲ ਮਾਰ ਕੇ ਅਧਮਰਾ ਕੀਤਾ, ਫਿਰ ਬੰਨ੍ਹ ਕੇ ਚਿੱਟਾ ਪਾਊਡਰ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਇਹ ਸਭ ਦੇਖ ਸਤਪਾਲ ਦੀ ਸੁੱਧ ਬੁੱਧ ਗੁਆਚਣ ਲੱਗ ਗਈ। ਦੰਗਾਈ ਰੋਣ ਵੀ ਨਹੀਂ ਸੀ ਦੇ ਰਹੇ। ਰੋਣ ਤੇ ਧਮਕੀ ਦਿੰਦੇ ਕਿ ਤੁਹਾਨੂੰ ਵੀ ਅੱਗ ਵਿੱਚ ਸੁੱਟ ਦੇਵਾਂਗੇ। ਮਾਂ, ਪਿਓ, ਭਰਾ ਤੇ ਤਾਇਆ ਜੀ ਨੂੰ ਅੱਖਾਂ ਦੇ ਸਾਹਮਣੇ ਮਰਦਾ ਵੇਖ ਕੇ ਸਤਪਾਲ ਬੇਹੋਸ਼ ਹੋ ਗਈ। ਉਸ ਨੂੰ ਲੱਗਾ ਕਿ ਉਹ ਵੀ ਮਰ ਚੁੱਕੀ ਹੈ। ਹੋਸ਼ ਆਇਆ ਤਾਂ ਵੇਖਿਆ ਕਿ ਅਜੇ ਜ਼ਿੰਦਗੀ ਦੀ ਜੰਗ ਲੜਨ ਲਈ ਜਿੰਦਾ ਹੈ। ਬਲਦੇ ਹੋਏ ਘਰ ਤੋਂ ਸਹਿਮੀ ਹੋਈ ਨਿਕਲੀ। ਚਾਰੇ ਪਾਸਿਆਂ ਤੋਂ ਇਨਸਾਨਾਂ ਦੇ ਸੜੇ ਹੋਏ ਮਾਸ ਦੀ ਬੋ ਆ ਰਹੀ ਸੀ। 8 ਸਾਲ ਦੀ ਮਹਿੰਦਰ ਨੇ ਉਸ ਦੀ ਚੁੰਨੀ ਫੜ ਲਈ ਤਾਂ 2 ਸਾਲ ਦੀ ਸੁਰਿੰਦਰ ਨੂੰ ਉਸ ਨੇ ਗੋਦ ਵਿੱਚ ਚੁੱਕ ਲਿਆ। ਵਿਚਾਰੀ ਸੁਰਿੰਦਰ ਭੁੱਖ ਦੇ ਮਾਰੇ ਬਹੁਤ ਰੋ ਰਹੀ ਸੀ। ਉਸ ਨੇ ਸਵੇਰ ਤੋਂ ਦੁੱਧ ਵੀ ਨਹੀਂ ਸੀ ਪੀਤਾ। 2 ਸਾਲ ਦੀ ਉਸ ਬੱਚੀ ਨੂੰ ਕੀ ਪਤਾ ਸੀ ਕਿ ਉਸ ਦੇ ਮਾਪਿਆਂ ਦਾ ਸਾਇਆ ਸਿਰ ਤੋਂ ਉੱਠ ਚੁੱਕਾ ਹੈ। ਦੰਗਾਈਆਂ ਦੀ ਭੀੜ ਆਉਣ ਤੋਂ ਬਾਅਦ 10 ਸਾਲ ਦੀ ਬਲਵਿੰਦਰ ਵੀ ਨਜ਼ਰ ਨਹੀਂ ਆ ਰਹੀ ਸੀ। ਕੀ ਦੰਗਾਈਆਂ ਨੇ ਉਸ ਨੂੰ ਵੀ ਮਾਰ ਤਾਂ ਨਹੀਂ ਦਿੱਤਾ? ਇਹ ਸੋਚ ਕੇ ਸਤਪਾਲ ਹੋਰ ਪਰੇਸ਼ਾਨ ਹੋ ਗਈ। ਲੱਭੇ ਤਾਂ ਕਿੱਥੇ ਲੱਭੇ। 2 ਦਿਨ ਸਵਾਹ ਹੋ ਚੁੱਕੇ ਘਰ ਦੇ ਬਾਹਰ ਸਹਿਮੇ ਹੋਏ ਗੁਜ਼ਾਰ ਦਿੱਤੇ। ਜਦੋਂ ਸਾਰੀਆਂ ਸਿੱਖ ਵਿਧਵਾ ਔਰਤਾਂ ਤੇ ਬੱਚਿਆਂ ਨੂੰ 3 ਨਵੰਬਰ ਨੂੰ ਫੌਜ ਵਾਲੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਲੱਗੇ ਰਾਹਤ ਕੈਂਪ ਵਿੱਚ ਲੈ ਗਏ ਤਾਂ ਉਹ ਵੀ ਉੱਥੇ ਪੁੱਜ ਗਈ। ਰਾਹਤ ਕੈਂਪ ਵਿੱਚ ਸਾਰਾ ਦਿਨ ਰੋਣ ਪਿੱਟਣ ਦੀਆਂ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ। ਕੋਈ ਨਾ ਕੋਈ ਰਿਸ਼ਤੇਦਾਰ ਆਪਣੀ ਉਸ ਨੂੰ, ਧੀ ਜਾਂ ਭੈਣ ਨੂੰ ਮਿਲਣ ਲਈ ਆ ਜਾਂਦਾ ਸੀ ਜਿਸ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ। ਇਸ ਦੇ ਬਾਅਦ ਹੰਝੂਆਂ ਦੀ ਬੌਛਾਰ ਰੋਕ ਨਹੀਂ ਪਾਉਂਦੀ ਸੀ। ਜਦੋਂ ਇੱਕ ਪਾਸੇ ਤੋਂ ਰੋਣਾ ਸ਼ੁਰੂ ਹੁੰਦਾ ਤਾਂ ਪੂਰੇ ਕੈਂਪ ਨੂੰ ਆਪਣੇ ਸਾਹਮਣੇ ਮਰੇ ਚੇਤੇ ਆ ਜਾਂਦੇ ਸੀ। ਕੈਂਪ ਵਿੱਚ 8 ਦਿਨ ਹੋ ਚੁੱਕੇ ਸੀ ਕਿ ਇੱਕ ਦਿਨ ਬਲਵਿੰਦਰ ਦੀ ਆਵਾਜ਼ ਸੁਣਾਈ ਦਿੱਤੀ। ਬਲਵਿੰਦਰ ਮਿਲ ਗਈ ਸੀ। ਦੋਵੇਂ ਭੈਣਾਂ ਗਲੇ ਲੱਗ ਕੇ ਬਹੁਤ ਰੋਈਆਂ। ਮਾਪਿਆਂ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਰੋਣ ਦਾ ਮੌਕਾ ਮਿਲਿਆ ਸੀ। ਇਉਂ ਲੱਗਾ 8 ਦਿਨਾਂ ਤੱਕ ਦੂਰ ਰਹੀ ਬਲਵਿੰਦਰ ਜਿਵੇਂ ਕਈ ਜਨਮਾਂ ਬਾਅਦ ਮਿਲੀ ਸੀ। ਉਹ ਕਈ ਦਿਨਾਂ ਤੱਕ ਬਾਕੀ ਭੈਣਾਂ ਤੋਂ ਜਰਾ ਜਿਹੀ ਵੀ ਦੂਰ ਨਹੀਂ ਹੁੰਦੀ ਸੀ। ਛੋਟੀਆਂ ਭੈਣਾਂ ਰਾਤ ਨੂੰ ਡਰਦੇ ਮਾਰੇ ਉੱਠ ਕੇ ਬੈਠ ਜਾਂਦੀਆਂ। ਮੰਮੀ ਪਾਪਾ ਨੂੰ ਮਾਰ ਰਹੇ ਨੇ, ਘਰ ਨੂੰ ਅੱਗ ਲੱਗ ਗਈ ਕਹਿ ਕੇ ਸੁੱਤਿਆਂ ਹੋਇਆਂ ਰੋਣ ਲੱਗਦੀਆਂ। ਸਾਰ ਲੈਣ ਲਈ ਕੋਈ ਨਹੀਂ ਆਇਆ ਤਾਂ ਚਾਰੇ ਅਨਾਥ ਬੱਚੀਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ। ਇਸੇ ਦੌਰਾਨ ਅਲਵਰ ਵਿੱਚ ਰਹਿਣ ਵਾਲੇ ਨਾਨਾ ਜੀ ਨੇ ਬੱਚਿਆਂ ਦੀ ਖੋਜ ਖਬਰ ਲੈਣੀ ਸ਼ੁਰੂ ਕਰ ਦਿੱਤੀ ਸੀ। ਵਿਚਾਰੇ ਪਹਿਲਾਂ ਆਉਂਦੇ ਵੀ ਤਾਂ ਕਿਵੇਂ, ਦਿੱਲੀ ਆਉਣ ਦਾ ਕੋਈ ਮਾਹੌਲ ਹੀ ਨਹੀਂ ਸੀ। ਬੇਟੀ, ਦਾਮਾਦ ਤੇ ਨਾਤੀ ਦੇ ਮਰਨ ਦੀਆਂ ਖਬਰਾਂ ਤੋਂ ਬੇਹਾਲ ਨਾਨਾ ਜੀ ਬੱਚੀਆਂ ਨੂੰ ਲੱਭਦੇ ਲੱਭਦੇ ਨਾਰੀ ਨਿਕੇਤਨ ਪੁੱਜੇ ਤਾਂ ਬੱਚੀਆਂ ਉਹਨਾਂ ਨਾਲ ਲਿਪਟ ਗਈਆਂ। ਉਹਨਾਂ ਨੂੰ ਯਾਦ ਆਇਆ ਕਿ ਕਿਵੇਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਨਾਨਾ ਨਾਨੀ ਕੋਲ ਅਲਵਰ ਜਾਂਦੇ ਤੇ ਮੌਜ ਮਸਤੀ ਹੁੰਦੀ ਸੀ। ਨਾਨਾ ਜੀ ਬੱਚਿਆਂ ਨੂੰ ਅਲਵਰ ਨਾਲ ਲੈ ਗਏ। ਨਾਨਾ ਜੀ ਦੀ ਆਪਣੀ ਹਾਲਤ ਵੀ ਕੁਝ ਖਾਸ ਚੰਗੀ ਨਹੀਂ ਸੀ। ਇਸ ਤੇ 4 ਬੱਚਿਆਂ ਦਾ ਇੱਕਦਮ ਤੋਂ ਭਾਰ ਸਿਰ ਤੇ ਆ ਗਿਆ। ਸਤਪਾਲ ਨੇ ਸਕੂਲ ਨਾ ਜਾਣ ਦਾ ਫੈਸਲਾ ਕੀਤਾ। ਨਾਨੀ ਠੀਕ ਨਹੀਂ ਸੀ ਰਹਿੰਦੀ ਤੇ ਜੇ ਐਸਾ ਨਾ ਕਰਦੀ ਤਾਂ ਭੈਣਾਂ ਨੂੰ ਪਾਲਣ ਵਿੱਚ ਨਾਨਾ ਜੀ ਦੀ ਮਦਦ ਕਿਵੇਂ ਕਰਦੀ। ਬਾਕੀ ਭੈਣਾਂ ਨੂੰ ਨਾਨਾ ਜੀ ਨੇ ਸਕੂਲ ਵਿੱਚ ਪਾ ਦਿੱਤਾ ਸੀ। ਹੁਣ ਸਤਪਾਲ ਆਪਣੀਆਂ 3 ਭੈਣਾਂ ਨਾਲ ਜਹਾਂਗੀਰਪੁਰੀ ਦੀ ਵਿਧਵਾ ਕਲੋਨੀ ਆ ਗਈ। ਨਹੀਂ ਆਉਂਦੀ ਤਾਂ ਇੱਥੇ ਵੀ ਕੋਈ ਹੋਰ ਕਬਜ਼ਾ ਕਰ ਲੈਂਦਾ। ਕੁੜੀਆਂ ਨੂੰ ਇਕੱਲਿਆਂ ਨਹੀਂ ਛੱਡ ਸਕਦੇ ਸੀ, ਇਸ ਲਈ ਨਾਨਾ ਜੀ ਨੇ ਵੀ ਨਾਲ ਹੀ ਰਹਿਣ ਦਾ ਫੈਸਲਾ ਕੀਤਾ। ਨਾਨਾ ਜੀ ਨੂੰ ਕੁਝ ਪੈਨਸ਼ਨ ਆਉਂਦੀ ਸੀ ਪਰ ਇੰਨੇ ਵਿੱਚ ਗੁਜ਼ਾਰਾ ਨਹੀਂ ਚੱਲਦਾ ਸੀ। ਸਤਪਾਲ ਨੇ ਮਨ ਬਣਾ ਲਿਆ ਕਿ ਉਹ ਕਿਸੇ ਕੰਮ ਨੂੰ ਨਾ ਨਹੀਂ ਕਰੇਗੀ, ਭਾਵੇਂ ਕਮਰ ਤੋੜ ਮਿਹਨਤ ਹੀ ਕਿਉਂ ਨਾ ਕਰਨੀ ਪਵੇ, ਪਰ ਹੱਥ ਫੈਲਾਉਣ ਤੋਂ ਚੰਗਾ ਹੈ ਕਿ ਮਿਹਨਤ ਕੀਤੀ ਜਾਵੇ। ਹੁਣ ਹਰ ਉਹ ਕੰਮ ਕੀਤਾ ਜੋ ਮਿਲਿਆ। ਸਿਲਾਈ ਮਸ਼ੀਨ ਤੇ ਕੱਪੜੇ ਸਿਲਣੇ ਹੋਣ, ਡਾਈਂਗ ਮਸ਼ੀਨ ਦੇ ਲਈ ਪੀਸ ਬਣਾਉਣੇ ਹੋਣ ਜਾਂ ਕਿਸੇ ਦੇ ਘਰ ਦਾ ਕੰਮ, ਦਿਨ ਰਾਤ ਕੰਮ ਕਰਦੀ। ਦਾਲ ਰੋਟੀ ਤਾਂ ਮਿਲ ਜਾਂਦੀ, ਪਰ ਜਦੋਂ ਘਰ ਵਿੱਚ ਕੋਈ ਬਿਮਾਰ ਪੈ ਜਾਂਦਾ ਤਾਂ ਉਸ ਦੀ ਦੇਖਭਾਲ ਤੇ ਦਵਾ ਦਾਰੂ ਦੇ ਲਈ ਮੁਸ਼ਕਲ ਹੋ ਜਾਂਦੀ ਸੀ। ਦਵਾਈ ਦੇ ਲਈ ਪੈਸੇ ਨਹੀਂ ਹੁੰਦੇ ਸਨ ਤਾਂ ਇਹ ਧਰਮ ਸੰਕਟ ਖੜਾ ਹੋ ਜਾਂਦਾ ਕਿ ਬਿਮਾਰ ਦੀ ਦੇਖਭਾਲ ਦੇ ਲਈ
ਘਰ ਰਹੀਏ ਜਾਂ ਕੰਮ ਉੱਤੇ ਜਾਈਏ। ਪੜ੍ਹਾਈ ਲਿਖਾਈ ਦੇ ਲਈ ਵੀ ਦੂਜੇ ਬੱਚਿਆਂ ਦੀਆਂ ਪੁਰਾਣੀਆਂ ਕਿਤਾਬਾਂ ਤੋਂ ਗੁਜ਼ਾਰਾ ਕਰਦੇ। ਸਤਪਾਲ ਹੀ ਇਹਨਾਂ ਭੈਣਾਂ ਲਈ ਮਾਂ ਪਿਓ ਸੀ। ਇਹਨਾਂ ਦੇ ਨਹਾਉਣ ਧੋਣ, ਕੱਪੜੇ ਪਾਉਣ ਤੇ ਸਵਾਉਣ ਤੋਂ ਲੈ ਕੇ ਇਸ ਦੁਨੀਆ ਵਿੱਚ ਜਿੰਦਾ ਰੱਖਣ ਦੀ ਪੂਰੀ ਜ਼ਿੰਮੇਵਾਰੀ ਉਸ ਤੇ ਹੀ ਸੀ। ਫਿਰ ਇਸ ਤੋਂ ਬਾਅਦ ਕਮਰ ਤੋੜ ਮਿਹਨਤ, ਜਿਸ ਦੇ ਨਾਲ ਕਿ ਘਰ ਚੱਲ ਸਕੇ। ਕੁਝ ਸਮੇਂ ਬਾਅਦ ਜੱਜ ਨੇ ਇਹਨਾਂ ਭੈਣਾਂ ਤੇ ਤਰਸ ਖਾਂਦਿਆਂ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਭੈਣਾਂ ਨੂੰ 1-1 ਲੱਖ ਰੁਪਇਆ ਦਿੱਤਾ ਜਾਵੇ। ਜਦੋਂ ਇਹ ਐਲਾਨ ਹੋਇਆ ਤਾਂ ਕੁਝ ਰਿਸ਼ਤੇਦਾਰ ਵੀ ਪਿੱਛੇ ਲੱਗ ਪਏ। ਇਹਨਾਂ ਨੂੰ ਪਹਿਲਾਂ ਅਨਾਥ ਬੱਚਿਆਂ ਦੀ ਯਾਦ ਨਹੀਂ ਆਈ ਸੀ। ਸ਼ਾਇਦ ਹੁਣ ਲੱਗ ਰਿਹਾ ਸੀ ਕਿ ਇਹ ਤਾਂ ਬੱਚੀਆਂ ਹੀ ਹਨ, ਇਹਨਾਂ ਦੀ ਕਸਟਡੀ ਲੈ ਕੇ ਪੈਸਾ ਲੈ ਲਵਾਂਗੇ। ਲਾਲਚ ਕਿੱਥੋਂ ਤੱਕ ਡੇਗ ਦਿੰਦਾ ਹੈ। ਸ਼ਾਇਦ ਇਸ ਦੀ ਡੂੰਘਾਈ ਨਹੀਂ ਮਾਪੀ ਜਾ ਸਕਦੀ। ਪਰ ਭਲਾ ਹੋਵੇ ਉਸ ਜੱਜ ਦਾ ਜਿਸ ਨੇ ਤੈਅ ਕਰ ਦਿੱਤਾ ਕਿ ਜਿਵੇਂ ਜਿਵੇਂ ਕੁੜੀਆਂ 18 ਸਾਲ ਦੀਆਂ ਹੋਣਗੀਆਂ ਤਦੇ ਪੈਸਾ ਕੱਢ ਸਕਣਗੀਆਂ। ਐਵੇਂ ਹੀ ਹੋਇਆ। ਸਤਪਾਲ 18 ਸਾਲਾਂ ਦੀ ਹੋਈ ਤਾਂ ਪੈਸੇ ਕਢਵਾਏ ਤੇ ਨਾਨਾ ਜੀ ਨੇ ਸ਼ਾਦੀ ਕਰ ਦਿੱਤੀ। ਪਰ ਹੁਣ ਸਵਾਲ ਇਹ ਸੀ ਕਿ ਬਾਕੀ ਭੈਣਾਂ ਕਿੱਥੇ ਜਾਣਗੀਆਂ, ਉਹਨਾਂ ਨੂੰ ਕੌਣ ਪਾਲੇਗਾ। 13 ਸਾਲ ਦੀ ਉਮਰ ਤੋਂ ਭੈਣਾਂ ਨੂੰ ਧੀਆਂ ਵਾਂਗ ਪਾਲਦੀ ਆ ਰਹੀ ਸਤਪਾਲ ਉਹਨਾਂ ਨੂੰ ਇਕੱਲਿਆਂ ਨਹੀਂ ਛੱਡ ਸਕਦੀ ਸੀ। ਘਰ ਵਾਲਾ ਭਾਵੇਂ ਆਟੋ ਚਲਾਉਂਦਾ ਸੀ, ਪਰ ਉਸਨੇ ਵੀ ਪੂਰਾ ਸਾਥ ਦਿੱਤਾ ਤੇ ਇਹਨਾਂ ਸਭ ਨੂੰ ਨਾਲ ਹੀ ਰੱਖਣ ਦਾ ਫੈਸਲਾ ਹੋਇਆ। 18 ਸਾਲ ਵਿੱਚ ਵਿਆਹੀ ਹੋਈ ਸਤਪਾਲ ਆਪਣੀਆਂ 3 ਭੈਣਾਂ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਰਹੀ ਸੀ। ਬਲਵਿੰਦਰ ਜਦੋਂ 18 ਸਾਲਾਂ ਦੀ ਹੋਈ ਤਾਂ ਅਦਾਲਤ ਤੋਂ ਮਿਲੇ 1 ਲੱਖ ਦੇ ਬਾਅਦ ਉਸ ਦਾ ਵਿਆਹ ਕਰ ਦਿੱਤਾ ਤੇ ਮਹਿੰਦਰ ਦੀ ਸ਼ਾਦੀ ਅਲਵਰ ਵਿੱਚ ਮਾਮਾ ਜੀ ਨੇ ਕਰਵਾ ਦਿੱਤੀ। ਸ਼ਾਦੀਆਂ ਇਸ ਲਈ ਛੇਤੀ ਕਰਵਾ ਦਿੱਤੀਆਂ ਕਿਉਂਕਿ ਨਾਨਾ ਜੀ ਤੇ ਸਤਪਾਲ ਨੂੰ ਹੋਰ ਕੋਈ ਰਾਹ ਨਹੀਂ ਸੁੱਝ ਰਿਹਾ ਸੀ। ਸ਼ਾਇਦ ਨਾਨਾ ਜੀ ਵੀ ਇਸ ਦੁਨੀਆ ਤੋਂ ਕੂਚ ਕਰਨ ਤੋਂ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦੇ ਸਨ। ਸਭ ਤੋਂ ਛੋਟੀ ਸੁਰਿੰਦਰ, ਜੋ ਕਿ ਉਸ ਵਕਤ ਸਿਰਫ 2 ਸਾਲਾਂ ਦੀ ਸੀ, ਉਸਨੇ MA ਕੀਤੀ ਤੇ ਹੁਣ ਇੱਕ ਡਾਕਟਰ ਦੇ ਕੋਲ ਅਸਿਸਟੈਂਟ ਲੱਗੀ ਹੋਈ ਹੈ। ਛੋਟੀਆਂ ਭੈਣਾਂ ਨੂੰ ਕਿਵੇਂ ਪਾਲਿਆ, ਇਸ ਸਵਾਲ ਉੱਤੇ ਸਤਪਾਲ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ। ਕਹਿੰਦੀ ਹੈ, ਅਸੀਂ ਤਾਂ ਸ਼ਹਿਜ਼ਾਦੀਆਂ ਸਾਂ, ਪਰ ਕਤਲੇਆਮ ਨੇ ਸਾਨੂੰ ਭਿਖਾਰੀ ਬਣਾ ਦਿੱਤਾ। ਸਭ ਕੁਝ ਗਵਾਉਣ ਦੇ ਬਾਵਜੂਦ ਸਤਪਾਲ ਨੇ ਇੱਕ ਚੀਜ਼ ਨਹੀਂ ਗਵਾਈ ਤੇ ਉਹ ਸੀ ਹਿੰਮਤ। ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਗਵਾਂਢੀ ਹੋਣ ਦੇ ਬਾਵਜੂਦ ਦਗਾ ਕੀਤਾ, ਉਹਨਾਂ ਨੂੰ ਕਾਨੂੰਨ ਦੇ ਹੱਥੋਂ ਸਜ਼ਾ ਦਿਵਾਉਣ ਲਈ ਉਸਨੇ ਪੂਰੀ ਲੜਾਈ ਲੜੀ। ਆਖਰ ਉਸ ਦੀ ਦੁਨੀਆ ਬਰਬਾਦ ਕਰਨ ਵਾਲੇ ਉਹਨਾਂ ਚਿਹਰਿਆਂ ਨੂੰ ਉਹ ਭੁੱਲ ਵੀ ਕਿਵੇਂ ਸਕਦੀ ਸੀ। ਪਰ ਇਹ ਆਸਾਨ ਨਹੀਂ ਸੀ। ਦੋਸ਼ੀਆਂ ਨੂੰ ਲੱਗਾ ਕਿ ਛੋਟੀਆਂ ਬੱਚੀਆਂ ਹੀ ਤਾਂ ਨੇ, ਦਬਾਅ ਪਾ ਲਵਾਂਗੇ ਤੇ ਖੂਬ ਦਬਾਅ ਪਾਇਆ। ਆਏ ਦਿਨ ਧਮਕੀਆਂ ਮਿਲਦੀਆਂ, ਕਹਿੰਦੇ ਜਿਵੇਂ ਤੁਹਾਡੇ ਮਾਪੇ ਤੇ ਭਰਾ ਨਾਲ ਕੀਤਾ ਵੈਸਾ ਹੀ ਤੁਹਾਡੇ ਨਾਲ ਵੀ ਕਰ ਦੇਵਾਂਗੇ। ਜਦੋਂ ਨਹੀਂ ਮੰਨੀ ਤਾਂ ਲਾਲਚ ਦੇ ਅੰਬਾਰ ਲਾਉਣੇ ਸ਼ੁਰੂ ਕਰ ਦਿੱਤੇ। ਤਾਂ ਵੀ ਗੱਲ ਨਹੀਂ ਬਣੀ ਤਾਂ ਘਰ ਦੀਆਂ ਔਰਤਾਂ ਨੂੰ ਰੋਜ਼ ਸਮਝਾਉਣ ਲਈ ਭੇਜ ਦਿੰਦੇ। ਸਤਪਾਲ ਪਰੇਸ਼ਾਨ ਹੋ ਗਈ ਸੀ। ਆਖਰ ਇੱਕ ਦਿਨ ਜਦੋਂ ਅਦਾਲਤ ਦੇ ਵਿੱਚ ਹੀ ਧਮਕੀਆਂ ਮਿਲਣ ਲੱਗੀਆਂ ਤਾਂ ਉਸ ਦੀ ਸਹਿਣ ਸ਼ਕਤੀ ਜਵਾਬ ਦੇ ਗਈ। ਉਸੇ ਵਕਤ ਜੱਜ ਨੂੰ ਕਹਿ ਦਿੱਤਾ, ਜੱਜ ਸਾਹਿਬ, ਇਹ ਲੋਕ ਮੈਨੂੰ ਬਿਆਨ ਬਦਲਣ ਦੇ ਲਈ ਧਮਕੀਆਂ ਦੇ ਰਹੇ ਨੇ। ਜੱਜ ਨੇ ਧਮਕੀ ਦੇਣ ਵਾਲੇ ਨੂੰ ਅੰਦਰ ਕਰ ਦਿੱਤਾ। ਹੁਣ ਸਤਪਾਲ ਦੀ ਹਿੰਮਤ ਵੱਧ ਗਈ। ਨਹੀਂ ਤਾਂ ਅਦਾਲਤਾਂ ਵਿੱਚ ਵੀ ਮਾਹੌਲ ਚੰਗਾ ਨਹੀਂ ਹੁੰਦਾ ਸੀ। ਇਨਸਾਫ ਲਈ ਅਦਾਲਤ ਜਾਣ ਵਾਲੇ ਸਿੱਖਾਂ ਨੂੰ ਵੀ ਐਵੇਂ ਵੇਖਦੇ ਸੀ ਜਿਵੇਂ ਅੱਤਵਾਦੀ ਹੋਣ। ਸਤਪਾਲ ਹੁਣ ਹਰ ਤਾਰੀਖ ਤੇ ਜਾਂਦੀ। ਦੋਸ਼ੀਆਂ ਨੂੰ ਕੁਝ ਸਜ਼ਾ ਵੀ ਹੋਈ, ਪਰ ਅਜਿਹੀ ਨਹੀਂ ਕਿ ਖੁਸ਼ੀ ਮਨਾਈ ਜਾਵੇ। ਘਰ ਤੇ ਫੈਕਟਰੀ ਦਾ ਕੀ ਹੋਇਆ? ਘਰ ਆਉਣੇ ਪੌਣੇ ਮੁੱਲ ਵਿੱਚ ਵੇਚਣਾ ਪਿਆ। ਪੈਸੇ ਦੀ ਦਿੱਕਤ ਸੀ ਤੇ ਵੈਸੇ ਵੀ ਇੰਨਾ ਡਰ ਚੁੱਕੀ ਸੀ ਕਿ ਉਸ ਘਰ ਵਿੱਚ ਮੁੜ ਨਹੀਂ ਰਹਿ ਸਕਦੀ ਸੀ। ਦਲਾਲਾਂ ਨੇ ਫਾਇਦਾ ਚੁੱਕਿਆ ਤੇ ਉਸ ਨੂੰ ਬਹੁਤ ਘੱਟ ਕੀਮਤ ਤੇ ਖਰੀਦ ਲਿਆ। ਇਹ ਉਹਨਾਂ ਸਾਰਿਆਂ ਸਿੱਖਾਂ ਨਾਲ ਹੋਇਆ ਜਿਨ੍ਹਾਂ ਦੇ ਘਰ ਸਾੜ ਦਿੱਤੇ ਸੀ ਤੇ ਉਹਨਾਂ ਦੀਆਂ ਵਿਧਵਾਵਾਂ ਤੇ ਬੱਚੇ ਡਰਦੇ ਮਾਰੇ ਮੁੜ ਉੱਥੇ ਰਹਿਣ ਦੀ ਹਿੰਮਤ ਨਹੀਂ ਜੁਟਾ ਸਕੇ ਸੀ। ਉਦਯੋਗਿਕ ਖੇਤਰ ਵਿੱਚ ਫੈਕਟਰੀ ਆਪਣੇ ਆਪ ਫਰਜ਼ੀ ਕਾਗਜ਼ਾਂ ਤੇ ਇੰਨੀ ਵਾਰ ਵਿਕ ਗਈ, ਇਸ ਦਾ ਸਤਪਾਲ ਨੂੰ ਪਤਾ ਹੀ ਨਹੀਂ ਚੱਲਿਆ। ਜਦੋਂ ਫੈਕਟਰੀ ਦੇ ਬਾਰੇ ਪੁੱਛਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਉਹ ਕਈ ਵਾਰ ਵਿਕ ਚੁੱਕੀ ਹੈ। ਉੱਥੇ ਗੁਆਂਢੀਆਂ ਨੂੰ ਸਾਥ ਦੇਣ ਲਈ ਕਿਹਾ ਤਾਂ ਉਹਨਾਂ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਗੁੱਡੀ, ਅਸੀਂ ਤਾਂ ਤੈਨੂੰ ਜਾਣਦੇ ਹੀ ਨਹੀਂ। ਇਸ ਦੀ ਕੀਮਤ ਹੀ ਅੱਜ ਕਰੋੜਾਂ ਰੁਪਏ ਹੋਵੇਗੀ। ਪਰ ਸਤਪਾਲ ਵਿੱਚ ਇਸ ਨੂੰ ਵਾਪਸ ਲੈਣ ਲਈ ਅਦਾਲਤੀ ਲੜਾਈ ਲੜਨ ਦੀ ਹਿੰਮਤ ਨਹੀਂ ਹੈ। ਪਤਾ ਨਹੀਂ ਕਦੋਂ ਤੱਕ ਚੱਲੇ।
ਵਕੀਲਾਂ ਨੂੰ ਪੈਸਾ ਵੀ ਦੇਣਾ ਹੁੰਦਾ ਹੈ। ਕਹਿੰਦੀ ਹੈ, ਹੁਣ ਮੇਰੀ ਤਬੀਅਤ ਖਰਾਬ ਰਹਿੰਦੀ ਹੈ, 2 ਬੇਟੇ ਤੇ 1 ਬੇਟੀ ਹੈ। ਜਦੋਂ ਉਹ ਪੜ੍ਹ ਲਿਖ ਜਾਣ ਤਾਂ ਸ਼ਾਇਦ ਕੁਝ ਸੁੱਖ ਮਿਲੇ, ਨਹੀਂ ਤਾਂ ਐਵੇਂ ਲੱਗਦਾ ਹੈ ਕਿ ਇਸ 37 ਸਾਲ ਦੀ ਉਮਰ ਵਿੱਚ ਹੀ ਕਈ ਜਨਮ ਭੋਗ ਚੁੱਕੀ ਹਾਂ। ਕਿਤਾਬ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ, ਪੱਤਰਕਾਰ, ਦਿੱਲੀ। ਭਾਗ 8ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।